ਲੜੀਵਾਰ ਕਥਾ 791 ਅੰਗ ਤੇ ਪਹੁੰਚੀ ਹੈ। 16 ਪੌੜੀਆਂ ਸੂਹੀ ਦੀ ਵਾਰ ਦੀਆਂ ਸਮਾਪਤ ਹੋਈਆਂ। 17ਵੀਂ ਪੌੜੀ ਤੇ ਸ਼ਲੋਕ ਪ੍ਰਾਰੰਭ ਹੋ ਰਿਹਾ ਹੈ। ਸਰਵਣ ਕਰਨ ਤੋਂ ਪਹਿਲਾਂ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਦੀਵਾ ਬਲ ਅੰਧੇਰਾ ਜਾਏ। ਸ਼ਲੋਕ ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ। ਦੀਵਾ ਬਲ ਅੰਧੇਰਾ ਜਾਏ, ਇਹ ਵਿਧਾਨ ਹੈ। ਦਿਨ ਵੇਲੇ ਦੀਵਾ ਜਗਦਾ ਸੀ ਤੇ ਸੂਰਜ ਕਹਿੰਦਾ ਉਹ ਤੂੰ ਕੀ ਹੈ, ਤੂੰ ਹੈ ਕੀ? ਤੇ ਦੀਵਾ ਕਹਿੰਦਾ ਰਾਤ ਹੋਣ ਦੇ ਫਿਰ ਦੱਸਾਂਗਾ ਮੈਂ ਕੀ ਹਾਂ। ਹੁਣ ਨਹੀਂ ਦੱਸ ਸਕਦਾ। ਜ਼ਰੂਰੀ ਨਹੀਂ ਕਿ ਜੋ ਬੜਾ ਵੱਡਾ ਹੁੰਦਾ ਤੇ ਬਹੁਤ ਵੱਡਾ ਹੁੰਦਾ, ਤੇ ਜੋ ਛੋਟਾ ਹੋਵੇ ਉਹ ਬਹੁਤ ਛੋਟਾ ਹੁੰਦਾ। ਹਰ ਇੱਕ ਚੀਜ਼ ਦੀ ਆਪੋ ਆਪਣੀ ਅਹਿਮੀਅਤ ਹੈ। ਜਦੋਂ ਦੀਵਾ ਬਲਦਾ ਹੈ ਤੇ ਹਨੇਰਾ ਚਲਾ ਜਾਂਦਾ ਹੈ। ਇਹ ਵਿਧਾਨ ਹੈ। ਪਾਤਸ਼ਾਹ ਉਦਾਹਰਣ ਦੇ ਰਹੇ ਨੇ, 3 ਉਦਾਹਰਣਾਂ ਦਿੱਤੀਆਂ ਨੇ, ਫਿਰ ਅੱਗੇ ਸਿਧਾਂਤ ਵੀ ਦੱਸਦੇ ਨੇ। ਕਹਿੰਦੇ ਦੀਵਾ ਬਲਦਾ ਤੇ ਹਨੇਰਾ ਚਲਾ ਜਾਂਦਾ ਹੈ। ਵੇਦ ਪਾਠ ਮਤ ਪਾਪਾਂ ਖਾਏ। ਜਦੋਂ ਵੇਦਾਂ ਦਾ ਪਾਠ ਕਰੇ ਕੋਈ, ਵੇਦ ਮਾੜੇ ਨਹੀਂ ਹਨ, ਵੇਦਾਂ ਵਿੱਚ ਵੀ ਗਿਆਨ ਹੈ, ਪੂਜਣੇ ਯੋਗ ਨੇ ਵੇਦ ਵੀ, ਧਰਮ ਗ੍ਰੰਥ ਨੇ। ਉਹਨਾਂ ਵੇਦਾਂ ਦੇ ਵਿੱਚੋਂ ਆਪਣੇ ਮਤਲਬ ਦੀਆਂ ਸ਼ਰੂਤੀਆਂ ਕੱਢ ਕੇ ਲੋਕਾਂ ਨੇ ਗਲਤ ਤੇ ਨਜਾਇਜ਼ ਫਾਇਦਾ ਉਠਾਇਆ, ਉਹ ਮਾੜੇ ਨੇ। ਮੇਰੇ ਸਾਹਿਬ ਦੇ ਬਚਨ ਨੇ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਇਹ ਝੂਠੇ ਨਹੀਂ ਹਨ, ਵੇਦ ਕਤੇਬ ਧਰਮ ਗ੍ਰੰਥ ਨੇ। ਮੇਰੇ ਸਾਹਿਬ ਨੇ ਦੁਨੀਆ ਦੇ ਕਿਸੇ ਧਰਮ ਗ੍ਰੰਥ ਦਾ ਖੰਡਨ ਨਹੀਂ ਕੀਤਾ। ਉਹਨਾਂ ਨੂੰ ਪੜ੍ਹ ਕੇ ਪਖੰਡ ਕਰਨ ਵਾਲਿਆਂ ਦਾ ਖੰਡਨ ਕੀਤਾ। ਸਾਨੂੰ ਕੋਈ ਹੱਕ ਵੀ ਨਹੀਂ ਅਸੀਂ ਕਿਸੇ ਦੇ ਧਰਮ ਗ੍ਰੰਥ ਦਾ ਖੰਡਨ ਕਰੀਏ। ਜੇ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਕਿ ਸਾਡੇ ਸਾਹਿਬ ਗ੍ਰੰਥ ਦਾ ਕੋਈ ਖੰਡਨ ਕਰੇ, ਤੇ ਫਿਰ ਦੂਸਰੇ ਦੇ ਧਰਮ ਗ੍ਰੰਥ ਦਾ ਖੰਡਨ ਕਰਨ ਦੀ ਸਾਨੂੰ ਕਿਹਨੇ ਇਜਾਜ਼ਤ ਦਿੱਤੀ ਹੈ? ਨਹੀਂ ਹੈ ਨਾ। ਤੋ ਵੇਦ ਪੜ੍ਹ ਕੇ ਮਹਾਰਾਜ ਜੀ ਦੂਸਰੀ ਉਦਾਹਰਣ ਦਿੰਦੇ ਆ, ਜੇ ਉਹਨਾਂ ਵੇਦਾਂ ਦੇ ਅਨੁਸਾਰ ਮਨੁੱਖ ਅਨੁਸੰਧਾਨ ਕਰੇ ਤਾਂ ਉਹਨਾਂ ਦੇ ਪਾਪਾਂ ਦੀ ਮੈਲ ਦੂਰ ਹੋ ਜਾਂਦੀ, ਬੁੱਧੀ ਚੋਂ ਨਿਰਮਲ ਹੋ ਜਾਂਦੀ। ਕਿਤਨੇ ਕਿਤਨੇ ਸੁੰਦਰ ਮਹਾਵਾਕ ਨੇ ਉਹਨਾਂ ਵਿੱਚ, ਅਥਾਹ ਨੇ। ਈਸ਼ਵਰ ਜਗਿਆਸਾ ਜਾਂ ਤਤਵੰਗ ਅਸੀਂ, ਇਹ ਮਹਾਵਾਕ ਨੇ। ਅਹੰ ਬ੍ਰਹਮ ਅਸਮੀ। ਤੋ ਇਸ ਤਰ੍ਹਾਂ ਉਹਨਾਂ ਵਿੱਚ ਵੀ ਗਿਆਨ ਦੀ ਬਾਤ ਹੈ। ਕਰਮ ਕਾਂਡਾਂ ਦਾ ਵੀ ਜ਼ਿਕਰ ਕਰਦੇ ਨੇ, ਗਿਆਨ ਕਾਂਡ ਦਾ ਵੀ ਜ਼ਿਕਰ ਕਰਦੇ ਨੇ। ਹੁਣ ਜਿਹਨੇ ਵੇਦ ਪੜ੍ਹ ਕੇ ਉਹਦੇ ਮੁਤਾਬਕ ਉਹਨਾਂ ਨੇ ਆਪਣੇ ਜੀਵਨ ਦਾ ਅਨੁਸੰਧਾਨ ਕੀਤਾ, ਉਹਦੇ ਮੁਤਾਬਕ ਚੱਲੇ, ਉਹਨਾਂ ਦੇ ਅੰਦਰੋਂ ਪਾਪਾਂ ਦੀ ਮੈਲ ਚਲੀ ਗਈ। ਇਹ ਦੂਜੀ ਉਦਾਹਰਣ ਸਤਿਗੁਰੂ ਜੀ ਦਿੰਦੇ ਨੇ। ਹਾਂਜੀ। ਉਗਵੈ ਸੂਰ ਨਾ ਜਾਪੈ ਚੰਦ। ਤੀਜੀ ਉਦਾਹਰਣ ਦੇ ਰਹੇ ਨੇ, ਜਦੋਂ ਸੂਰਜ ਉਗਵੈ ਕਹੀਏ ਚੜ੍ਹਦਾ ਤਾਂ ਚੰਨ ਨਜ਼ਰ ਨਹੀਂ ਆਉਂਦਾ, ਜਿਹੜਾ ਸਾਰੀ ਰਾਤ ਚਮਕਦਾ ਹੈ। ਬੜਾ ਸੁੰਦਰ ਹੈ ਪੁੰਨਿਆਂ ਦਾ ਚੰਨ,
ਪਰ ਜਦੋਂ ਸੂਰਜ ਚੜ੍ਹਦਾ ਤੇ ਫਿਰ ਅਲੋਪ ਹੋ ਜਾਂਦਾ, ਫਿਰ ਤਾਂ ਨਹੀਂ ਦਿਸਦਾ। ਦੀਵਾ ਬਲਣ ਨਾਲ ਹਨੇਰਾ ਚਲਾ ਜਾਂਦਾ ਹੈ। ਜਿਹੜਾ ਕੋਈ ਵੇਦ ਪਾਠ ਕਰਦਾ ਤੇ ਵੇਦਾਂ ਦੇ ਅਨੁਸਾਰ ਚੱਲ ਪੈਂਦਾ ਹੈ, ਉਹਦੇ ਅੰਦਰੋਂ ਪਾਪਾਂ ਦੀ ਮੈਲ ਨਿਰਵਿਰਤ ਹੋ ਜਾਂਦੀ ਹੈ। ਸੂਰਜ ਚੜ੍ਹਦਿਆਂ ਚੰਦਰਮਾ ਅਲੋਪ ਹੋ ਜਾਂਦਾ ਹੈ। ਇਹ ਤਿੰਨ ਉਦਾਹਰਨਾਂ ਦੇ ਕੇ ਹੁਣ ਮਹਾਰਾਜ ਜੀ ਸਿਧਾਂਤ ਦੱਸਦੇ ਨੇ। ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਪਾਤਸ਼ਾਹ ਕਹਿੰਦੇ ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਏ ਉੱਥੋਂ ਅਗਿਆਨ ਮਿਟ ਜਾਂਦਾ। ਜਿਵੇਂ ਦੀਵਾ ਬਲਦਿਆਂ ਹਨੇਰਾ ਚਲਿਆ ਜਾਂਦਾ ਹੈ, ਸੂਰਜ ਚੜ੍ਹਦਿਆਂ ਚੰਦਰਮਾ ਛੁਪ ਜਾਂਦਾ ਹੈ, ਇਸੇ ਤਰ੍ਹਾਂ ਗਿਆਨ ਦੇ ਹੁੰਦਿਆਂ ਹੀ ਅਗਿਆਨ ਦੂਰ ਹੋ ਜਾਂਦਾ। ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਏ, ਅਗਿਆਨ ਦੀ ਨਿਵਰਤੀ ਹੋ ਜਾਂਦੀ ਹੈ, ਵਿਦਿਆ ਦੀ ਨਿਵਰਤੀ ਹੋ ਜਾਂਦੀ ਹੈ। ਅਗਿਆਨ ਦੀ ਨਿਵਰਤੀ ਕੈਸੇ ਹੁੰਦੀ ਹੈ? ਗਿਆਨ ਭਏ ਤੇ। ਤੋ ਗਿਆਨ ਕਿਵੇਂ ਹੁੰਦਾ? ਗਿਆਨ ਗੁਰੂ ਕਿਰਪਾ ਨਾਲ, ਗੁਰੂ ਕਰੁਣਾ ਨਾਲ। ਤੋ ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਜਹ ਗਿਆਨ ਪ੍ਰਗਾਸ ਅਗਿਆਨ ਮਿਟਨ, ਬਸ ਅਗਿਆਨ ਮਿਟ ਗਿਆ। ਗੁਰੂ ਦਾ ਕੰਮ ਹੀ ਇਹ ਹੈ, ਅਗਿਆਨ ਮਿਟਾ ਕੇ ਗਿਆਨ ਦਾ ਚਾਨਣਾ ਕਰ ਦੇਣਾ, ਗਿਆਨ ਦਾ ਪ੍ਰਕਾਸ਼ ਕਰ ਦੇਣਾ। ਇਹ ਨਹੀਂ ਵੇਖਿਆ ਜਾਂਦਾ ਵੀ ਹਨੇਰਾ 4 ਸਾਲ ਪੁਰਾਣਾ ਹੈ, 40 ਸਾਲ ਪੁਰਾਣਾ ਹੈ ਜਾਂ 40 ਯੁੱਗ ਪੁਰਾਣਾ। ਜਦੋਂ ਦੀਵਾ ਬਲਣਾ ਤਾਂ ਉਹ ਆਪਣੇ ਆਪ ਦੂਰ ਹੋ ਜਾਣਾ, ਪਲਾਂ 'ਚ। ਬਲਣ ਦੀ ਦੇਰੀ ਹੈ ਹਨੇਰਾ ਦੂਰ, ਭਾਵੇਂ 4 ਯੁੱਗ ਪੁਰਾਣਾ ਹੋਵੇ, ਭਾਵੇਂ 4 ਕਰੋੜ ਪੁਰਾਣਾ ਹੋਵੇ, ਦੀਵਾ ਬਲਦਿਆਂ ਦੂਰ ਹੋ ਜਾਂਦਾ। ਅਗਿਆਨ ਸਾਡੇ ਅੰਦਰ ਅੱਜ ਦਾ ਨਹੀਂ, ਸਾਡੀ ਜਿਹੜੀ ਕਾਰਨ ਦੇਹ ਹੈ ਨਾ, ਉਹ ਅਗਿਆਨ ਦੀ ਬਣੀ ਹੋਈ ਹੈ। ਸੂਖਮ ਸਰੀਰ 17 ਤੱਤਾਂ ਦਾ ਬਣਿਆ ਹੈ, ਉਹਦੇ ਤੋਂ ਬਾਹਰ ਇਹ ਸਥੂਲ ਸਰੀਰ ਹੈ, ਇਹ 5 ਤੱਤਾਂ ਦਾ ਹੈ। ਜਿਹੜਾ ਉਹ ਕਾਰਨ ਸਰੀਰ ਹੈ, ਜਿਸ ਨੂੰ ਅਵਿਦਿਆ ਕਹਿੰਦੇ ਆਪਾਂ, ਉਹ ਅੱਜ ਦੀ ਨਹੀਂ ਹੈ, ਯੁਗਾਂ ਦੀ। ਜਦੋਂ ਦਾ ਸੰਸਾਰ ਬਣਿਆ ਉਦੋਂ ਦੇ ਚੱਲਦੇ ਆ ਰਹੇ ਹਨ। ਹੁਣ ਕਹੀਏ ਯੁਗਾਂ ਤੋਂ ਪਈ ਹੋਈ ਇਸ ਅਵਿਦਿਆ ਨੂੰ, ਅਗਿਆਨ ਨੂੰ ਨਿਵਾਰਨ ਵਾਸਤੇ ਸਮਾਂ ਬਹੁਤ ਲੱਗੇਗਾ। ਮਹਾਰਾਜ ਜੀ ਕਹਿੰਦੇ ਨਹੀਂ, ਜਦੋਂ ਗਿਆਨ ਹੋ ਗਿਆ ਉਸੇ ਵੇਲੇ ਤਤ ਛਿਨ ਇਸ ਅਗਿਆਨ ਦਾ ਪਰਦਾ ਦੂਰ ਹੋ ਜਾਣਾ। ਤਤ ਛਿਨ, ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਗਿਆ, ਅਗਿਆਨ ਮਿਟਨ, ਉਥੋਂ ਅਗਿਆਨ ਮਿਟ ਜਾਂਦਾ, ਉਥੋਂ ਅਗਿਆਨ ਦੀ ਨਿਵਰਤੀ ਹੋ ਜਾਂਦੀ ਹੈ। ਵੇਦ ਪਾਠ ਸੰਸਾਰ ਕੀ ਕਾਰ। ਕਹਿੰਦੇ ਵੇਦਾਂ ਦਾ ਪਾਠ ਕਰਕੇ ਕੇਵਲ ਸੰਸਾਰ ਦੇ ਕਾਰ ਵਿਹਾਰਾਂ ਵਿੱਚ, ਅੱਗੇ ਦੱਸਦੇ ਨੇ, ਪੜ ਪੜ ਪੰਡਿਤ ਕਰਹਿ ਵਿਚਾਰ। ਹੋਰ ਕਹਿੰਦੇ ਵੇਦ ਪੜ੍ਹੇ, ਸੰਸਾਰ ਦੀ ਕਾਰ ਵਾਸਤੇ ਵੀ ਜੇ ਪੜ੍ਹ ਲਵਾਂਗੇ ਵੇਦ, ਤੇ ਲੋਕਾਂ ਦੇ ਘਰ ਜਾ ਕੇ ਹਵਨ ਜਗ ਕਰਾਂਗੇ, ਰੋਟੀ ਪਾਣੀ ਚੱਲੇਗਾ, ਦਾਲ ਫੁਲਕਾ ਚੱਲੇਗਾ। ਵਿਚਾਰ ਕੀਤੀ, ਕਥਾ ਕੀਤੀ ਉਹਦੀ, ਉਹ ਵੀ ਇਸੇ ਵਾਸਤੇ ਵੀ ਚਲੋ ਰੋਜੀ ਰੋਟੀ ਬਣੇਗੀ। ਉਹਦਾ ਅਨੁਸੰਧਾਨ ਤਾਂ ਨਹੀਂ ਨਾ ਕੀਤਾ, ਵਪਾਰ ਕੀਤਾ ਨਾ। ਰੋਜ਼ਗਾਰ ਵਾਸਤੇ ਸਾਧਨ ਅਪਣਾਏ, ਉਹਦੇ ਲਈ ਰੋਜ਼ਗਾਰ ਬਣਾਇਆ ਆਪਣੀ ਜੀਵਨ ਦਾ। ਜਦੋਂ ਧਰਮ ਰੋਜ਼ਗਾਰ ਬਣ ਜੇ ਫਿਰ ਸਮੱਸਿਆ ਹੈ। ਕਹਿਣ ਲੱਗੇ ਕਿ ਜਦੋਂ ਵੇਦ ਪੜ੍ਹੇ ਤੇ ਪੜ੍ਹ ਕੇ ਸੰਸਾਰ ਦੀ ਕਾਰ ਕਰਕੇ ਉਹ ਆਪਣੇ ਕੇਵਲ ਰੋਜੀ ਰੋਟੀ ਵਾਸਤੇ ਰੋਟੀਆਂ ਕਾਰਨ ਪੂਰਾ ਤਾਲ। ਉਹ ਇਕੱਲੇ ਵੇਦ ਨਹੀਂ, ਜੋ ਸਾਡੇ ਵਰਗੇ ਬਹੁਤ ਸਾਰੇ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜਾਂ ਪਾਠੀ ਵੀ ਇਸੇ ਕਰਕੇ ਬਣੇ, ਚਲੋ 2 ਰੋਟੀਆਂ ਮਿਲ ਜਾਇਆ ਕਰਨਗੀਆਂ, ਰੋਜ਼ਗਾਰ ਹੀ ਬਣਾਇਆ ਹੈ ਨਾ। ਤੋ ਫਿਰ ਇਹ ਕਾਰ ਕਿਸ ਕੰਮ ਦੀ ਹੋਈ? ਆਪਣੇ ਭਲੇ ਵਾਸਤੇ ਤਾਂ ਨਹੀਂ ਨਾ ਕੀਤਾ ਕੁਝ, ਵੀ ਚਲੋ ਰੋਜੀ ਰੋਟੀ ਵੀ ਰੱਬ ਨੇ ਦੇਈ ਜਾਣੀ, ਨਾਲ ਮੇਰਾ ਭਲਾ ਤਾਂ ਹੋਵੇ, ਮੈਂ ਆਪਣੇ ਭਲੇ ਵਾਸਤੇ ਵੀ ਸੋਚਾਂ।
ਕੀ ਇਹ ਜਗਾਇਆ ਹੋਇਆ ਦੀਵਾ, ਇਹਦੀ ਰੋਸ਼ਨੀ ਮੈਂ ਲੋਕਾਂ ਨੂੰ ਹੀ ਵਿਖਾਉਣੀ ਹੈ? ਕਿ ਇਸ ਰੋਸ਼ਨੀ ਦੇ ਵਿੱਚ ਮੈਂ ਨਹੀਂ ਚੱਲਣਾ? ਮੈਂ ਤਾਂ ਖੂਹ 'ਚ ਡਿੱਗ ਰਿਹਾ, ਰੋਸ਼ਨੀ ਦੂਜਿਆਂ ਨੂੰ ਵਿਖਾ ਰਿਹਾ। ਇਹ ਕੰਮ ਸੀ ਬ੍ਰਾਹਮਣਾਂ ਦਾ। ਉਹਨਾਂ ਨੇ ਧੰਦਾ ਬਣਾ ਲਿਆ ਸੀ ਧਰਮ ਨੂੰ। ਉਹਨਾਂ ਨੇ ਵੇਦ ਪਾਠ ਨੂੰ ਧੰਦਾ ਬਣਾ ਲਿਆ ਸੀ। ਉਹਨਾਂ ਕਿਹਾ ਨਹੀਂ, ਇਹ ਵੇਦ ਕੇਵਲ ਅਸੀਂ ਬ੍ਰਾਹਮਣ ਹੀ ਪੜ੍ਹ ਸਕਦੇ ਹਾਂ, ਅਸੀਂ ਪੜ੍ਹਾ ਸਕਦੇ ਹਾਂ। ਛਤਰੀ ਕੇਵਲ ਪੜ੍ਹ ਸਕਦਾ ਹੈ, ਉਹ ਅੱਗੇ ਪੜ੍ਹਾ ਨਹੀਂ ਸਕਦਾ। ਖਬਰਦਾਰ ਜੇ ਕਿਸੇ ਛਤਰੀ ਨੇ ਅੱਗੇ ਵੇਦ ਪੜ੍ਹਾਏ, ਇਹ ਸਾਡਾ ਕੰਮ ਹੈ। ਵੈਸ਼ ਕੇਵਲ ਸੁਣ ਸਕਦਾ, ਉਹ ਪੜ੍ਹਨ ਦਾ ਹੱਕਦਾਰ ਵੀ ਨਹੀਂ। ਤੇ ਸ਼ੂਦਰ ਵਿਚਾਰਾ, ਉਹਦੇ ਕੰਨਾਂ ਵਿੱਚ ਵੀ ਜੇ ਵੇਦ ਦਾ ਪਾਠ ਪੈ ਜਾਏ ਤਾਂ ਸਿੱਕਾ ਢਾਲ ਕੇ ਕੰਨ 'ਚ ਪਾ ਦੇਣਾ। ਇਹ ਧੰਦਾ ਬਣ ਗਿਆ ਸੀ ਕਿ ਗਿਆਨ ਦੇ ਉੱਤੇ ਹੱਕ ਕੇਵਲ ਇੱਕ ਜਾਤੀ, ਇੱਕ ਪ੍ਰਜਾਤੀ, ਕਿਸੇ ਵਿਅਕਤੀ ਵਿਸ਼ੇਸ਼ ਦਾ ਹੈ। ਵੇਦ ਮਾੜੇ ਨਹੀਂ ਸੀ। ਧਰਮ ਗ੍ਰੰਥ ਸ਼ਾਸਤਰਾਂ ਵਿੱਚ ਤਾਂ ਗਿਆਨ ਹੈ, ਪਰ ਉਹਨਾਂ ਨੂੰ ਅੱਗੇ ਪੜ੍ਹ ਕੇ ਜਿਹੜੇ ਪ੍ਰਚਾਰਨ ਵਾਲੇ ਸਨ, ਉਹ ਆਪਣੇ ਕਿਰਦਾਰਾਂ ਤੋਂ ਡਿੱਗ ਗਏ। ਉਹਨਾਂ ਨੇ ਕੇਵਲ ਧੰਦਾ ਬਣਾ ਲਿਆ। ਹਾਂਜੀ, ਬਿਨ ਬੁੱਝੇ ਸਭ ਹੋਏ ਖੁਆਰ। ਕਿਉਂਕਿ ਜੋ ਪੜ੍ਹਿਆ ਸੀ ਉਹ ਕੇਵਲ ਰੋਜ਼ਗਾਰ ਲਈ, ਰੋਟੀਆਂ ਕਾਰਨ, ਪੂਰੇ ਤਾਲ ਲਈ ਕੰਮ ਕੀਤਾ, ਔਰ ਜਦੋਂ ਬੁੱਝਿਆ ਹੀ ਨਹੀਂ ਤੇ ਫਿਰ ਖੁਆਰੀ ਦਾ ਸਾਹਮਣਾ ਕਰਨਾ ਪਿਆ। ਬਿਨ ਬੂਝੇ ਸਭ ਹੋਏ ਖੁਆਰ। ਬਿਨਾਂ ਬੁੱਝਿਆ ਫਿਰ ਉਹ ਸਭ ਖੁਆਰ ਹੀ ਹੋਏ ਨੇ। ਭਾਵੇਂ ਪੜ੍ਹ ਵੀ ਲਏ ਵੇਦ ਸ਼ਾਸਤਰ ਧਰਮ ਗ੍ਰੰਥ, ਪਰ ਪੜ੍ਹ ਕੇ ਵੀ ਖੁਆਰ ਹੋਏ, ਕਿਉਂਕਿ ਬੁੱਝਿਆ ਨਹੀਂ। ਜੋ ਪੜ੍ਹਿਆ ਸੀ ਉਹ ਬੁੱਝਿਆ ਨਹੀਂ। ਪੜ੍ਹਿਆ ਨਾਹੀਂ ਭੇਦ, ਬੁੱਝਿਆ ਪਾਵਣਾ। ਪੜ੍ਹ ਕੇ ਥੋੜੀ ਸਭ ਕੁਝ ਮਿਲ ਜਾਂਦਾ ਹੈ, ਜਦੋਂ ਤੱਕ ਬੁੱਝੋਗੇ ਨਹੀਂ, ਜਾਣੋਗੇ ਨਹੀਂ ਹੈ ਕੀ ਹੈ, ਸਿਧਾਂਤ ਕੀ ਹੈ, ਤਾਤਪਰਜ ਕੀ ਹੈ। ਕਹਿੰਦੇ ਬਿਨਾਂ ਬੁੱਝਿਆ ਬਹੁਤ ਸਾਰੇ ਪ੍ਰਾਣੀ ਇਹੋ ਜਿਹੇ ਸਨ ਜਿਹੜੇ ਖੁਆਰ ਹੋਏ। ਨਾਨਕ ਗੁਰਮੁਖ ਉਤਰਸ ਪਾਰ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਨੇ, ਗੁਰੂ ਵਾਲੇ ਨੇ, ਉਹਨਾਂ ਨੇ ਗੁਰੂ ਦੇ ਮੁਖ ਦੁਆਰਾ ਗਿਆਨ ਸੁਣਿਆ ਤੇ ਸੰਸਾਰ ਤੋਂ ਪਾਰ ਉਤਰ ਗਏ। ਗੁਰਮੁਖ ਉਤਰ ਗਏ, ਜਿਨ੍ਹਾਂ ਨੂੰ ਕੇਵਲ ਇਹੀ ਗੁਰੂਰ ਸੀ, ਮੈਂ ਜਾਣਦਾ ਸਭ ਕੁਝ, ਮੈਂ ਵੇਦ ਪੜ੍ਹੇ ਨੇ, ਮੈਂ ਧਰਮ ਗ੍ਰੰਥ ਪੜ੍ਹੇ ਨੇ। ਉਹ ਰਹਿ ਗਏ ਉਲਝ ਕੇ ਖੁਆਰ ਹੁੰਦੇ। ਜਿਨ੍ਹਾਂ ਨੇ ਗੁਰੂ ਕੋਲੋਂ ਗਿਆਨ ਪ੍ਰਾਪਤ ਕੀਤਾ, ਉਹ ਇਹ ਸੰਸਾਰ ਤੋਂ ਪਾਰ ਉਤਰ ਗਏ। ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਮਹੱਲਾ ਪਹਿਲਾ। ਸਬਦੈ ਸਾਧ ਨ ਆਇਓ, ਨਾਮ ਨਾ ਲੱਗੋ ਪਿਆਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐ, ਜਿਨ੍ਹਾਂ ਸਾਖਤਾਂ ਤੇ ਮਨਮੁਖਾਂ ਨੂੰ ਸਤਿਗੁਰਾਂ ਦੇ ਸ਼ਬਦ ਦਾ ਸਵਾਦ ਨਹੀਂ ਆਉਂਦਾ। ਜਿਹੜੇ ਕਹਿੰਦੇ ਆ ਜੀ ਬਾਣੀ ਪੜ੍ਹਦੇ ਆ ਪਰ ਸਵਾਦ ਨਹੀਂ ਆਉਂਦਾ। ਸਤਿਗੁਰਾਂ ਦਾ ਸ਼ਬਦ ਪੜ੍ਹ ਕੇ, ਗੁਰਬਾਣੀ ਪੜ੍ਹ ਕੇ ਜਿਨ੍ਹਾਂ ਨੂੰ ਸਾਧ ਨਹੀਂ ਆਉਂਦਾ, ਚੰਗਾ ਹੀ ਨਹੀਂ ਲੱਗਦਾ, ਉਹਨਾਂ ਨੂੰ ਗੁਰਬਾਣੀ ਨਹੀਂ ਚੰਗੀ ਲੱਗਦੀ, ਸ਼ਬਦ ਨਹੀਂ ਚੰਗਾ ਲੱਗਦਾ। ਨਾਮ ਨਾ ਲੱਗੋ ਪਿਆਰ, ਤੇ ਨਾ ਉਹਨਾਂ ਦਾ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨਾਲ ਪਿਆਰ ਲੱਗਾ। ਨਾਮ ਨਾ ਲੱਗੋ ਪਿਆਰ, ਨਿਰੰਕਾਰ ਦਾ ਨਾਮ, ਉਹ ਵੀ ਉਹਨਾਂ ਨੂੰ ਪਿਆਰਾ ਨਹੀਂ ਲੱਗਾ। ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਰਸਨਾ ਨਾਲ ਫਿੱਕੇ ਬੋਲ ਬੋਲਣੇ। ਜਿਨ੍ਹਾਂ ਨੂੰ ਗੁਰਬਾਣੀ ਚੰਗੀ ਨਹੀਂ ਲੱਗਦੀ, ਉਹ ਬੋਲ ਵੀ ਫਿੱਕੇ ਬੋਲਦੇ ਨੇ। ਉਹਨਾਂ ਦੀ ਰਸਨਾ ਤੋਂ ਹਮੇਸ਼ਾ ਜ਼ਹਿਰ ਉਗਲਿਆ ਜਾਂਦਾ, ਜ਼ਹਿਰ। ਵਿਖ, ਇਹ ਜ਼ੁਬਾਨ ਇਹੋ ਜਿਹੀ ਹੈ, ਇਹਦੇ ਤੋਂ ਬੋਲੇ ਬੋਲ ਸੰਸਾਰ ਦੇ ਵਿੱਚ ਵੰਡੀਆਂ ਪਾ ਦਿੰਦੇ ਆ, ਭੜਕਾ ਕੇ ਰੱਖ ਦਿੰਦੇ ਆ। ਇਹਨਾਂ ਤੋਂ ਬੋਲੇ ਹੋਏ ਬੋਲ ਫਿਰਕਾ ਪ੍ਰਸਤੀ ਪੈਦਾ ਕਰ ਦਿੰਦੇ। ਇਸ ਰਸਨਾ ਤੋਂ ਬੋਲਿਆਂ ਬੋਲਾਂ ਨਾਲ, ਕੜਵੇ ਬੋਲਾਂ ਨਾਲ
दंगे ते फसाद पैदा किए जा सकते हैं। ते कलगीधर नूं जदों पुछया सी ना बहादुर शाह की सभा च, करामात महाराज कहते जुबान भी करामात है। मनमुख का सुभाव आ, उन्हें फिक्का ही बोलना, कड़वा बोलना। खीरा मुख सो काटिया कसिया नमक लगाए, रहमन कड़वे मुखन को ऐसी मिले सजाए। खीरे का मूँह कौड़ा हुंदा, कुड़तन भरिया, ਉਹਨੂੰ ਕੱਟ के ना घसदे आ, फिर लूण ला के घसदे। पहला कट्टिया फिर उत्ते लूण लाया, जख्मी करके लूण ला के कट के फिर ਉਹਨੂੰ घसिया कि तू कौड़ा है ना। रहमन फकीर कहते ਜਿਹੜੇ ਮੂੰਹ ਤੋਂ कौड़े बोल बोलण वाले, फिक्के बोल बोलण वाले ने, उन्होंने भी सजा इहो जी मिलनी चाहिए ते मिलती भी है। ये रसना कहती है तू मैनू मूहों कढ़, मैं तेनू पिंडों कढ़ाउणी आ, गल तां कर तू। रसना तो मनमुख हमेशा फिक्के बोल बोलते ने, जिन्हां बोलां च कोई तात्पर्य नहीं, कोई सिद्धांत नहीं, बस हवा भरी ते कढ़ दित्ती मूँह चों। महात्मा बुद्ध कहते आ बोलो पर घट बोलो, बोलन तो पहला ये सोच के बोलो कि तुहाडा बोलिया होया हर एक बोल महावाक होना चाहिए। मनमुख हमेशा रसना तो फिक्का बोलता, रसना फिक्का बोलना, नित नित होए खुआर। फिर जदों बोलते ने फिक्का ते खुआर भी हुंदे ने। समाज में उन्होंने लोगों का सत्कार थोड़ी है जिहड़ा कौड़ा बोलते, वो कहते तो बड़ा खरबा बोलता, चलो इतों पासे हट जाओ। ये कोई बंदा इन्हूं गल करन दा नहीं पता। खुआरी संसार विच भी, धार्मिक जगत विच भी, परलोक विच भी इहो जे बंदे खुआरी हुंदे हन। नानक पाया किरत कमावना, कोई न मेटन हार। धन श्री गुरु नानक देव साहब सच्चे पातशाह जी फरमाउंदे हन, जिन्हां दे मत्थे ते पार ब्रह्म परमेश्वर ने किरत लेख पाए ने, जिहो जे पाए ने उदां दे कर्म कमाउंदे। जैसे लेख विधाते ने लिख दिते ने, उन्हां नूं कौन मेटे हुण? वो उसे तरह ही कर रहे ने जो लेख पै गए ने उन्हां दे कीते कर्मां मुताबक। पौड़ी जे प्रभ सालाहे अपना, सो सोभा पाए। पौड़ी महाराज तीसरे पातशाह धन गुरु अमरदास साहब जी की उचारण की हुई श्लोक गुरु नानक साहब ने उचारे ने, ते पौड़ी तीसरे पातशाह जी उचारते हैं। कहते जेड़े अपने प्रभु नूं सलाउंदे ने, सो शोभा पाए। वो शोभा पाउंदे आ लोक परलोक दोवां जहानां च। कहते नहीं भी ये की करते आ साध, इन्हां नूं बड़ी शोभा मिलती है संसार च। ठाट तां इन्हां दे ने, तुसीं बना लो भाई, तुसीं भजन कर लो, तुहाडे हो जाणगे। नाम दा प्रताप ही है, जिन्हें जपना उहदी शोभा प्रगट हो जानी। ਜਿਹੜਾ जपेगा ਉਹਦੀ शोभा नाम ने बदो बदी प्रगट कर देनी। नाम का एक अखरी अर्थ है ना आम, जो आम नहीं है खास है, ਉਹਨੂੰ कहते हैं नाम। ਜਿਹੜਾ आम नहीं है खास है, ਜਦੋਂ उस खास नाम का भजन करोगे तो तुसी भी खास हो जाओगे संसार च। क्यों आम बन के रहंदे हो? खास हो जाओगे। भजन करोगे, चंगे कर्मां च प्रवृत्त होवोगे, नेक नीयत रखोगे तो तुसी भी खास। तो जदों पातशाह कहंदे परमेश्वर की आराधना कीती, जे प्रभ सालाहे अपना सो शोभा पाए, वो शोभा पाउंदे।
ਜਿਹੜੇ ਆਪਣੇ ਪ੍ਰਭੂ ਨੂੰ ਸਲਾਹੁੰਦੇ ਆ। ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਉਹਨਾਂ ਦੀ ਜੈ ਜੈਕਾਰ ਸਾਰੇ ਜਗਤ ਵਿੱਚ ਹੁੰਦੀ ਹੈ। ਨਾਮ ਦਾ ਪ੍ਰਤਾਪ ਹੀ ਐਸਾ ਹੈ, ਨਾਮ ਦੀ ਸੋਭਾ ਹੀ ਐਸੀ ਹੈ। ਬਨਾਰਸ ਵਿੱਚ ਸਭ ਤੋਂ ਵੱਡੀ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ। ਬੜੇ ਬੜੇ ਰਾਜੇ ਰਾਣੇ ਉੱਥੇ ਪਹੁੰਚੇ ਤੇ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਤਮਾ ਮਹਾਂਪੁਰਸ਼ ਵੀ ਉੱਥੇ ਪਹੁੰਚੇ। ਪੁੱਛਦੇ ਨੇ ਉੱਥੇ, ਇਹ ਕਿੱਥੋਂ ਦੇ ਰਾਜੇ ਨੇ? ਬਾਕੀ ਵੀ ਰਾਜੇ ਆਏ ਨੇ, ਕਿਸੇ ਦੇ ਚਿਹਰੇ ਤੇ ਇੰਨੀ ਕ੍ਰਾਂਤੀ ਨਹੀਂ, ਇੰਨਾ ਨੂਰ ਨਹੀਂ, ਇਹ ਕਿੱਥੋਂ ਦੇ ਰਾਜੇ ਨੇ? ਕਿਸੇ ਦੱਸਿਆ ਇਹ ਰਾਜੇ ਨਹੀਂ, ਇਹ ਤਾਂ ਮਹਾਤਮਾ ਨੇ, ਸਾਧੂ ਨੇ। ਪਰ ਨਾਮ ਦਾ ਪ੍ਰਤਾਪ ਐਸਾ ਸੀ, ਹਰੀ ਦੀ ਭਜਨ ਬੰਦਗੀ ਦਾ, ਕਿ ਰਾਜਿਆਂ ਦੀ ਕ੍ਰਾਂਤੀ, ਰਾਜਿਆਂ ਦੀ ਸੋਭਾ, ਉਹਨਾਂ ਦੀ ਸੋਭਾ ਸਾਹਮਣੇ ਫਿੱਕੀ ਪੈ ਰਹੀ ਸੀ। ਤੋ ਜੋ ਹਰੀ ਪ੍ਰਭੂ ਨੂੰ ਧਿਆਉਂਦੇ ਨੇ, ਆਰਾਧਦੇ ਨੇ, ਉਹ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਸੋਭਾ ਪਾਉਂਦੇ ਹਨ। ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ। ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰੋ, ਔਰ ਜੋ ਸੱਚ ਹੈ, ਸੱਚ ਉਹਨੂੰ ਮਨ 'ਚ ਵਸਾਓ। ਹਉਮੈ ਨੂੰ ਦੂਰ ਕਰਕੇ ਜੋ ਸੱਚ ਹੈ ਉਸ ਨੂੰ ਆਪਣੇ ਮਨ 'ਚ ਵਸਾਓ। ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ। ਸੱਚੀ ਬਾਣੀ ਨੂੰ ਰਸਨਾ ਤੋਂ ਉਚਰ ਕੇ, ਗੁਣਾਂ ਨੂੰ ਉਚਰ ਕੇ ਸੱਚਾ ਸੁਖ ਪ੍ਰਾਪਤ ਹੁੰਦਾ। ਜਦੋਂ ਸੱਚੀ ਬਾਣੀ ਪੜੋਗੇ, ਸੱਚੇ ਗੁਣ ਗਾਓਗੇ ਪਰਮੇਸ਼ਰ ਦੇ, ਤਾਂ ਫਿਰ ਸੁਖ ਵੀ ਸੱਚਾ ਹੀ ਪ੍ਰਾਪਤ ਹੋਵੇਗਾ। ਮੇਲ ਭਇਆ ਚਿਰੀ ਵਿਸ਼ੁੰਨਿਆ ਗੁਰ ਪੁਰਖ ਮਿਲਾਏ। ਕਹਿੰਦੇ ਚਿਰਾਂ ਤੋਂ ਵਿਛੜੇ ਦਾ ਮੇਲ ਹੋ ਗਿਆ ਮੇਰਾ, ਚਿਰਾਂ ਤੋਂ ਵਿਛੜਿਆ ਸੀ। ਚਿਰੀ ਵਿਛੁੰਨਾ ਮੈਂ ਹਰ ਪ੍ਰਭ ਪਾਇਆ। ਚਿਰਾਂ ਤੋਂ, ਅੱਜ ਦਾ ਨਹੀਂ, ਚਿਰਾਂ ਤੋਂ, ਚਿਰੋਕਣਾ ਵਿਛੜਿਆ ਹੋਇਆ ਸੀ, ਅੱਜ ਮੇਲ ਹੋ ਗਿਆ ਆਪਣੇ ਮਾਲਕ ਨਾਲ। ਮਹਾਰਾਜ ਕਿਵੇਂ ਹੋਇਆ ਮੇਲ? ਕਹਿੰਦੇ ਮੇਰੇ ਗੁਰੂ ਪੁਰਖ ਨੇ ਮਿਲਾ ਦਿੱਤਾ। ਗੁਰ ਪੁਰਖ ਮਿਲਾਏ, ਗੁਰੂ ਪੁਰਖ ਨੇ ਮਿਲਾਇਆ ਹੈ, ਮੈਂ ਆਪ ਨਹੀਂ ਮਿਲ ਸਕਿਆ। ਮੈਂ ਚਿਰਾਂ ਤੋਂ ਵਿਛੜਿਆ ਮਿਲਿਆ ਹਾਂ ਅੱਜ ਆਪਣੇ ਮਾਲਕ ਨੂੰ, ਆਪਣੇ ਪ੍ਰਭੂ ਨੂੰ, ਪਰ ਮੇਰੇ ਗੁਰੂ ਪੁਰਖ ਨੇ ਮੈਨੂੰ ਮਿਲਾਇਆ ਹੈ। ਮਨ ਮੈਲਾ ਇਵ ਸੁਧ ਹੈ ਹਰ ਨਾਮ ਧਿਆਏ। ਇਹ ਮਨ ਮੈਲਾ ਹੈ। ਸ਼ੁੱਧ ਹੁੰਦਾ ਕਿਵੇਂ? ਜਦੋਂ ਹਰੀ ਪਰਮੇਸ਼ਰ ਦਾ ਨਾਮ ਧਿਆਈਏ, ਪਰਮੇਸ਼ਰ ਦਾ ਭਜਨ ਕਰੀਏ, ਤਾਂ ਇਹ ਮਨ ਸ਼ੁੱਧ ਹੋ ਜਾਂਦਾ। ਸਤਿਗੁਰੂ ਜੀ ਕਿਰਪਾ ਕਰਨ, ਸਾਡੀ ਹਾਜ਼ਰੀ ਆਪਣੇ ਚਰਨਾਂ 'ਚ ਲਾ ਲੈਣ। ਗਾਵਿਆ ਸੁਣਿਆ ਥਾਏ ਪੈ ਜਾਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।